ਕਾਫੀ ਲੋਕੀ ਪੁੱਛਦੇ ਆ ਸ਼ੀਬਾ ਇਨੂ ਬਾਰੇ, ਬਹੁਤ ਜ਼ਿਆਦਾ ਕੁਐਸਚਨ ਆਉਂਦੇ ਸ਼ੀਬਾ ਇਨੂ ਬਾਰੇ। ਸੋ ਲੈਟਸ ਟਾਕ ਅਬਾਊਟ ਸ਼ੀਬਾ ਇਨੂ ਟੁਡੇ। ਸਾਰਿਆਂ ਨੂੰ ਪਹਿਲਾਂ ਇਹ ਜ਼ਰੂਰੀ ਹੈ ਜਾਣਨਾ ਕਿ ਸ਼ੀਬਾ ਇਨੂ ਹੈ ਕੀ ਆ। ਸ਼ੀਬਾ ਇਨੂ ਜਿਹੜੀ ਹੈ ਇਦਾਂ ਦੀ ਕ੍ਰਿਪਟੋ ਕਰੰਸੀ ਹੈ ਜਿਹੜੀ ਡੋਜਕੋਇਨ ਦੇ ਕੋਡ ਬੇਸ ਤੇ ਬਣੀ ਆ। ਬੇਸਿਕਲੀ ਉਹਦੇ ਮੁਕਾਬਲੇ 'ਚ ਇਹਨੂੰ ਡੋਜਕੋਇਨ ਕਿਲਰ ਵੀ ਕਿਹਾ ਜਾਂਦਾ ਸੀਗਾ ਸ਼ੀਬਾ ਇਨੂ ਨੂੰ ਜਦੋਂ ਇਹ ਲਾਂਚ ਹੋਈ ਸੀ ਓਰੀਜਨਲੀ। ਇਹ ਇੱਕ ਡੀਸੈਂਟਰਲਾਈਜ਼ ਕ੍ਰਿਪਟੋ ਕਰੰਸੀ ਆ, ਸੋ ਜਸਟ ਸੇਮ ਲਾਈਕ ਸੋ ਮਨੀ ਅਦਰ ਕੋਇਨਸ। ਪਰ ਇਹ ਸਾਰਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਤਾਂ ਬਣ ਗਈ ਆ ਬਿਕੋਜ਼ ਇਹ ਸਾਰਿਆਂ ਨਾਲੋਂ ਜ਼ਿਆਦਾ ਪੋਪੂਲਰ ਕ੍ਰਿਪਟੋ ਕਰੰਸੀ ਐਕਚੁਅਲੀ। ਇਹਦਾ ਜਿਹੜਾ ਮੇਨ ਪਰਪਸ ਇਹੀ ਸੀਗਾ ਕਿ ਇਹ ਜਿੱਦਾਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਹੁੰਦੇ ਆ, ਜਿੱਦਾਂ ਟਵਿੱਟਰ ਹੋ ਗਿਆ, ਰੈਡਿਟ ਹੋ ਗਿਆ, ਇਸ ਕਰੰਸੀ ਨੂੰ ਐਕਚੁਅਲੀ ਉੱਥੇ ਟਿਪ ਦੀ ਜਗ੍ਹਾ ਤੇ ਯੂਜ਼ ਕੀਤਾ ਜਾ ਸਕਦਾ ਸੀ। ਸੋ ਐਕਚੁਅਲੀ ਇਹਦੀ ਹੋਂਦ ਦੇ ਆਉਣ ਦਾ ਮਕਸਦ ਇਹੀ ਸੀਗਾ ਕਿ ਇਹ ਇੱਕ ਤਰ੍ਹਾਂ ਨਾਲ ਜਿੱਦਾਂ ਆਪਾਂ ਟਿਪ ਨਹੀਂ ਦਿੰਦੇ ਹੁੰਦੇ ਰੈਸਟੋਰੈਂਟ 'ਚ ਜਾਂਦੇ ਆ ਜਾਂ ਕਿਤੇ ਹੋਰ ਜਾਂਦੇ ਆ, ਸੋ ਇਹ ਜਿਹੜੀ ਕਰੰਸੀ ਆ ਸੋਸ਼ਲ ਮੀਡੀਆ ਦੇ ਉੱਤੇ ਟਿਪ ਦੇਣ ਲਈ ਬਣਾਈ ਗਈ ਸੀਗੀ। ਪਰ ਇਹਦੇ ਵਿੱਚ ਕਾਫੀ ਅਟਰੈਕਟਿਵ ਫੀਚਰ ਹੈ ਜਿਹਦੇ ਕਰਕੇ ਬਹੁਤ ਸਾਰੇ ਇਨਵੈਸਟਰਸ ਜਿਹੜੇ ਆ ਸ਼ੀਬਾ ਇਨੂ ਦੇ ਨਾਲ ਜੁੜੇ ਆ, ਤੇ ਇਹਦੀ ਇੰਨੀ ਜ਼ਿਆਦਾ ਵੱਡੀ ਗਰੋਥ ਦੀ ਸਕਸੈਸ ਦੀ ਕਹਾਣੀ ਜਿਹੜੀ ਆ ਮੇਨਲੀ ਇਹਨਾਂ ਸਪੈਸ਼ਲ ਖੂਬੀਆਂ ਦੇ ਉੱਤੇ ਹੀ ਡਿਪੈਂਡ ਆ। ਜਿਹੜੀ ਸਾਰਿਆਂ ਨਾਲੋਂ ਪਹਿਲਾਂ ਚੀਜ਼ ਮੇਨ ਗੱਲ ਆ ਇਹਦੀ ਸਾਰਿਆਂ ਨਾਲ ਸਪਲਾਈ ਬਹੁਤ ਲੋ ਆ। ਇਹ ਸ਼ੀਬਾ ਇਨੂ ਦੀ ਸਿਰਫ ਇੱਕ $1 trillion ਐਕਚੁਅਲੀ ਨਾਟ ਡਾਲਰ, $1 trillion ਕੋਇਨ ਜਿਹੜੀ ਆ ਇਹਦੀ ਸਪਲਾਈ ਆ ਸ਼ੀਬਾ ਇਨੂ ਦੀ। ਸੋ ਜਿਹਦਾ ਮਤਲਬ ਕਿ ਇਹਦੀ ਗਰੋਥ 1 ਟ੍ਰਿਲੀਅਨ ਤੋਂ ਜ਼ਿਆਦਾ ਨਹੀਂ ਹੋਏਗੀ। ਸੋ ਇਹ ਬਿਟਕੋਇਨ ਦੇ ਮੁਕਾਬਲੇ 'ਚ ਇਸ ਕਰਕੇ ਡਿਫਰੈਂਟ ਆ ਕਿਉਂਕਿ ਇਹਨੂੰ ਮਾਈਨ ਨਹੀਂ ਕੀਤਾ ਜਾ ਸਕਦਾ, ਇਹ ਆਲਰੇਡੀ ਹੀ ਮਾਈਨਡ ਆ। ਸੋ ਇਹ ਜਿੰਨੀ ਵੀ ਸ਼ੀਬਾ ਇਨੂ ਦੀ ਅਵੇਲੇਬਿਲਿਟੀ ਆ ਮਾਰਕੀਟ ਦੇ ਵਿੱਚ, ਜਦੋਂ ਉਹ ਸਾਰੀ ਸ਼ੀਬਾ ਇਨੂ ਵਿਕ ਗਈ ਐਂਡ ਦੈਨ ਉਸ ਤੋਂ ਬਾਅਦ ਇਹਦੀ ਮੂੰਹ ਮੰਗੀ ਪ੍ਰਾਈਸ ਮਿਲੂਗੀ। ਇਹ ਇੱਕ ਤਰ੍ਹਾਂ ਦੇ ਇਸ ਤਰ੍ਹਾਂ ਦੇ ਸਿਨੈਰੀਓ ਦੇ ਨਾਲ ਇਹ ਕਰੰਸੀ ਜਿਹੜੀ ਆ ਬਣੀ ਹੋਈ ਆ। ਐਂਡ ਇਹ ਵੀ ਨਾ ਚੇਤਾ ਭੁੱਲੋ ਕਿ ਇਹ ਜਿਹੜਾ 1 ਟ੍ਰਿਲੀਅਨ ਸ਼ੀਬਾ ਇਨੂ ਕੋਇਨਸ ਆ, ਇਹਦੇ ਵਿੱਚੋਂ ਰੋਜ਼ ਬਹੁਤ ਹੀ ਮਿਲੀਅਨਸ ਆਫ ਕੋਇਨਸ ਜਿਹੜੇ ਆ ਬਰਨ ਆਊਟ ਵੀ ਹੋ ਰਹੇ ਆ। ਸੋ ਕੌਨਸਟੈਂਟਲੀ ਇਸ ਜਿਹੜੀ ਸ਼ੀਬਾ ਇਨੂ ਦੀ ਜਿਹੜੀ ਕੌਨਸਟੈਂਟਲੀ ਜਿਹੜੀ ਕੁਆਂਟਿਟੀ ਆ ਉਹ ਘਟਦੀ ਆ ਬਿਕੋਜ਼ ਆਫ ਉਹ ਜਿਹੜਾ ਬਰਨ ਆਊਟ ਹੋ ਰਿਹਾ ਇਹਦਾ। ਦੂਜਾ ਜਿਹੜਾ ਇਹਦੀ ਟ੍ਰਾਂਜੈਕਸ਼ਨ ਸਪੀਡ ਬਹੁਤ ਫਾਸਟ ਹੈ। ਸੋ ਕੰਪੇਅਰਿੰਗ ਟੂ ਅਦਰ ਕ੍ਰਿਪਟੋ ਕਰੰਸੀਜ਼ ਇਹਦੀ ਜਿਹੜੀ ਟ੍ਰਾਂਜੈਕਸ਼ਨ ਜਿਹੜੀ ਸਪੀਡ ਹੈ ਸ਼ੀਬਾ ਇਨੂ ਦੀ ਬਹੁਤ ਜ਼ਿਆਦਾ ਫਾਸਟ ਆ। ਤੇ ਜਿਹੜਾ ਸਾਰਿਆਂ ਨੂੰ ਇੰਪੋਰਟੈਂਟ ਫੈਕਟਰ ਸ਼ੀਬਾ ਇਨੂ ਦਾ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਇਹਦਾ ਟਾਈਮ ਹੋਰ ਵਧੇਗਾ ਜਿਹੜੀ ਇਹਦੀ ਸਪਲਾਈ ਆ ਉਹ ਘਟਦੀ ਜਾਏਗੀ। ਮੀਨਸ ਜਿਹਦਾ ਇਹਦਾ ਬਰਨ ਆਊਟ ਹੋ ਰਿਹਾ ਆ ਸ਼ੀਬਾ ਇਨੂ ਦਾ ਲੌਂਗ ਟਰਮ ਦੇ ਵਿੱਚ ਜਿਹੜਾ ਉਹ 1 ਟ੍ਰਿਲੀਅਨ ਕੋਇਨ ਆ, ਇਹ ਵੀ ਹੋ ਸਕਦਾ ਕਿ ਉਹ 100 ਮਿਲੀਅਨ ਰਹਿ ਜਾਵੇ ਜਾਂ 10 ਮਿਲੀਅਨ ਰਹਿ ਜਾਵੇ। ਸੋ ਇੱਦਾਂ ਵੀ ਉਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਆ। ਸੌਰੀ ਆਈ ਮੈਂਟ ਟੂ ਸੇ ਕਿ ਜਿੱਦਾਂ ਹੁਣ ਇਹਦੀ 1 ਟ੍ਰਿਲੀਅਨ ਸਪਲਾਈ ਆ, ਸੋ ਜਿੱਦਾਂ ਇਹਦਾ ਬਰਨ ਆਊਟ ਹੋ ਰਿਹਾ ਹੈ, ਜਿੰਨੀ ਵੀ ਇਹ ਕਰੰਸੀ ਬਰਨ ਹੋ ਰਹੀ ਆ, ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਕੁਆਂਟਿਟੀ ਐਕਚੁਅਲੀ ਘਟਦੀ ਹੀ ਜਾਊਗੀ ਜਦ ਕਿ ਵਧੂਗੀ ਨਹੀਂ ਕਦੀ ਵੀ। ਸੋ ਇਸ ਕਰਕੇ ਇਹਦਾ ਇਹ ਫੀਚਰ ਸਾਰਿਆਂ ਨੂੰ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਜਿੱਦਾਂ ਇਹਦੀ ਸਪਲਾਈ ਘਟੂਗੀ ਤੇ ਇਹਦੇ ਜਿਹੜੇ ਓਨਰਸ ਆ ਵੱਧ ਰਹੇ ਆ, ਸੋ ਉਹਦੀ ਜਿਹੜੀ ਪ੍ਰਾਈਸ ਵਧਣ ਦੇ ਵਿੱਚ ਉਹ ਕਾਫੀ ਯੋਗਦਾਨ ਹੋਊਗਾ। ਸਾਰਿਆਂ ਨਾਲੋਂ ਜ਼ਿਆਦਾ ਇਹਦੀ ਪੋਪੂਲੈਰਿਟੀ ਤਾਂ ਹੀ ਆ ਕਿ ਇਹ ਜਿਹੜੀ ਸ਼ੀਬਾ ਇਨੂ ਆ ਕਿ ਇਹ ਇੱਕ ਲੋ ਪ੍ਰਾਈਸ ਕ੍ਰਿਪਟੋ ਕਰੰਸੀ ਆ ਤੇ ਇਹਦਾ ਬਹੁਤ ਜ਼ਿਆਦਾ ਪੋਟੈਂਸ਼ੀਅਲ ਆ ਗਰੋ ਹੋਣ ਦਾ। ਇਸ ਕਰਕੇ ਈਵਨ ਇਹਦੀ ਪ੍ਰਾਈਸ 1 ਸੈਂਟ ਤੱਕ ਵੀ ਪਹੁੰਚ ਗਈ ਤਾਂ ਦੈਟ ਮੀਨ ਲਾਈਕ ਇਟ ਵਿਲ ਬੀ ਗਿਵਿੰਗ ਥਾਊਜ਼ੈਂਡਸ ਆਫ ਟਾਈਮਸ ਰਿਟਰਨ ਜਿਨ੍ਹਾਂ ਨੇ ਆਲਰੇਡੀ ਇਨਵੈਸਟ ਕੀਤਾ ਹੋਇਆ ਸ਼ੀਬਾ ਇਨੂ ਦੇ ਵਿੱਚ। ਆਲਰੇਡੀ ਹੀ ਪੀਪਲ ਹੈਵ ਮੇਡ ਮਿਲੀਅਨਸ ਜਿਨ੍ਹਾਂ ਨੇ ਪਹਿਲਾਂ ਐਡਵਾਂਸ ਦੇ ਵਿੱਚ, ਜਿਨ੍ਹਾਂ ਨੇ ਪਹਿਲਾਂ ਸਟਾਰਟਿੰਗ ਦੇ ਵਿੱਚ ਸ਼ੀਬਾ ਇਨੂ ਦੇ ਵਿੱਚ ਇਨਵੈਸਟ ਕੀਤਾ ਸੀ ਇਸ ਪ੍ਰੋਜੈਕਟ ਦੇ ਵਿੱਚ, ਉਹਨਾਂ ਦੀ ਆਲਰੇਡੀ ਹੀ ਜਿਹੜੀ ਮਲਟੀਪਲੀਕੇਸ਼ਨ ਆ ਬਹੁਤ ਜ਼ਿਆਦਾ ਹੋ ਚੁੱਕੀ ਆ ਉਹਨਾਂ ਦੇ ਕੋਇਨਸ ਦੀ। ਸੋ ਲੈਟ ਮੀ ਰਿਪੀਟ ਦੈਟ ਆਲ ਇਨ ਡਿਟੇਲ। ਜਿਹੜੀ ਇਹ ਸ਼ੀਬਾ ਇਨੂ ਜਿਹੜੀ ਇੱਕ ਡੀਸੈਂਟਰਲਾਈਜ਼ ਕ੍ਰਿਪਟੋ ਕਰੰਸੀ ਆ ਜਿਹਦੀ ਕਮਿਊਨਿਟੀ ਬੈਕਿੰਗ ਬਹੁਤ ਸਟਰੋਂਗ ਆ। ਮੀਨਸ ਇਹ ਪੋਪੂਲੈਰਿਟੀ ਦੇ ਸਿਰ ਦੇ ਉੱਤੇ ਹੀ ਇਹਦੀ ਗਰੋਥ ਆ ਜਿਹੜੀ ਹੋ ਰਹੀ ਆ। ਸੋ ਇਹਦੀ ਬਹੁਤ ਲੋਡ ਸਪਲਾਈ ਆ ਕਿਉਂਕਿ ਜਸਟ ਓਵਰ 1 ਕੁਆਡਰਿਲੀਅਨ ਸ਼ੀਬਾ ਦੀ ਸਪਲਾਈ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਜਿਹੜਾ ਬਰਨ ਆਊਟ ਹੋ ਰਿਹਾ ਐਵਰੀ ਡੇ, ਉਹਦੇ ਨਾਲ ਇਹਦੀ ਸਪਲਾਈ ਦੀ ਸਿਰਫ ਘਟੇਗੀ, ਵਧੇਗੀ ਨਹੀਂ ਕਦੀ ਵੀ। ਸੋ ਹੱਲੇ ਵੀ ਸ਼ੀਬਾ ਇਨੂ ਦੀ ਜਿਹੜੀ ਪ੍ਰਾਈਸ ਆ ਬਹੁਤ ਲੋ ਲੈਵਲ ਦੇ ਉੱਤੇ ਆ। ਸੋ ਇਹ ਬਹੁਤ ਅਫੋਰਡੇਬਲ ਇਨਵੈਸਟਮੈਂਟ ਆ ਜਿਹੜੇ ਲੋਕੀ ਨਵੇਂ ਆ ਇਨਵੈਸਟਮੈਂਟ ਕਰਨ ਲਈ, ਜਾਂ ਜਿਹੜੇ ਲੋਕੀ ਚਾਹੁੰਦੇ ਆ ਕਿ ਉਹ ਥੋੜ੍ਹੇ ਪੈਸੇ ਲਾ ਕੇ ਜ਼ਿਆਦਾ ਇੱਦਾਂ ਦੀ ਚੀਜ਼ ਦੇ ਵਿੱਚ ਇਨਵੈਸਟ ਕਰ ਸਕਣ ਜਿੱਥੇ ਉਹਨਾਂ ਨੂੰ ਹੋ ਸਕਦਾ ਕਿ ਉਹ ਫਿਊਚਰ ਦੇ ਵਿੱਚ ਜ਼ਿਆਦਾ ਰਿਟਰਨ ਦੀ ਪੋਸੀਬਿਲਿਟੀ ਹੋਵੇ। ਪਰ ਇਹਦੇ ਨਾਲ ਨਾਲ ਜਿਹੜੇ ਸ਼ੀਬਾ ਦੇ ਆਉਣ ਵਾਲੇ ਫਿਊਚਰ ਪਲਾਨਸ ਆ ਬਹੁਤ ਅੰਬੀਸ਼ੀਅਸ ਆ। ਇੱਕ ਤਾਂ ਓਬਵੀਅਸਲੀ ਟੌਪ 10 ਕ੍ਰਿਪਟੋ ਕਰੰਸੀ ਇਹ ਰਹਿ ਚੁੱਕੀ ਆ ਤੇ ਇਟਸ ਆਲਵੇਜ਼ ਹੈਵ ਅ ਪਲਾਨ ਟੂ ਬੀ ਵਨ ਆਫ ਦਾ ਟੌਪ 10 ਕ੍ਰਿਪਟੋ ਕਰੰਸੀਜ਼। ਤੇ ਦੂਜਾ ਜਿਹੜੀ ਇਹਦੀ ਆ ਇਹ ਆਪਣੀ ਡੀਸੈਂਟਰਲਾਈਜ਼ ਐਕਸਚੇਂਜ ਲਾਂਚ ਕਰਨਗੇ ਇਨ ਦ ਫਿਊਚਰ। ਸੋ ਦੈਟਸ ਵਨ ਆਫ देयर ਮੋਸਟ ਅੰਬੀਸ਼ੀਅਸ ਪ੍ਰੋਜੈਕਟਸ।
ਉਹ ਤੋਂ ਇਲਾਵਾ ਸ਼ੀਬਾ ਦੀ ਜਿਹੜੀ ਪਾਰਟਨਰਸ਼ਿਪ ਆ ਬਹੁਤ ਸਟਰੋਂਗ ਆ ਐਕਸਚੇਂਜਾਂ ਦੇ ਨਾਲ, ਜਿਨ੍ਹਾਂ ਦੇ ਵਿੱਚ ਹੋਰ ਵੀ ਜਿਹੜੀ ਕ੍ਰਿਪਟੋ ਜਿੱਦਾਂ ਬਾਈਨੈਂਸ ਹੋ ਗਈ, ਹੂਬੀ ਹੋ ਗਈ, OKEX ਹੋ ਗਿਆ। ਸੋ ਇਹ ਪਾਰਟਨਰਸ਼ਿਪ ਜਿਹੜੀ ਆ ਇਹਨੂੰ ਬਹੁਤ ਹੀ ਇੱਕ ਸਟਰੋਂਗ ਕ੍ਰਿਪਟੋ ਕਰੰਸੀ ਬਣਾਉਂਦੀ ਆ। ਇਹ ਸਿਰਫ ਉਹ ਥੋੜੇ ਜਿਹੇ ਕੋਇਨਾਂ ਦੇ ਵਿੱਚੋਂ ਆ ਜਿਹੜੀ ਇੱਕ ਮੇਮੇ ਇਕਨੋਮੀ ਜਿਹਨੂੰ ਸਾਦੇ ਹਾਂ ਅਸੀਂ, ਕਿ ਜਿਹੜੀ ਮਜ਼ਾਕ ਦੇ ਨਾਲ ਇਕਨੋਮੀ ਬਣੀ ਹੋਵੇ, ਜਿਹਦੀ ਇਹ ਸਿਰਫ ਤਾਂ ਹੀ ਹਿੱਟ ਹੋਈ ਆ ਕਿਉਂਕਿ ਇਹਦੀ ਪੋਪੂਲੈਰਿਟੀ ਅਗੇਂਸਟ ਸਿਸਟਮ ਪੋਪੂਲੈਰਿਟੀ ਬਣੀ ਆ, ਤਾਂ ਕਿ ਜਿਹੜੀ ਡਿਜੀਟਲ ਜਿਹੜੀ ਨੋਰਮਲ ਐਵਰੀਡੇ ਯੂਜ਼ ਕਰੰਸੀ ਆ ਉਹਦੇ ਅਗੇਂਸਟ ਜਿਹੜੀ ਇਹਦੀ ਹੋਂਦ ਆ ਉਹਨੂੰ ਇੱਕ ਮਜ਼ਾਕ ਦੇ ਤੌਰ ਦੇ ਉੱਤੇ ਇਹਨੂੰ ਬਣਾਇਆ ਗਿਆ ਸੀਗਾ। ਉਸ ਕਰਕੇ ਸੋ ਇਸ ਕਰਕੇ ਇਹ ਇੱਕ ਉਹਨਾਂ ਲੋਕਾਂ ਦੇ ਲਈ ਬਹੁਤ ਪੋਪੂਲਰ ਹੈ ਜਿਹੜੇ ਸਿਸਟਮ ਦੇ ਖਿਲਾਫ ਆ ਜਾਂ ਜਿਹੜੇ ਨੋਰਮਲ ਟ੍ਰੈਡੀਸ਼ਨਲ ਫਾਈਨੈਂਸ਼ੀਅਲ ਸਿਸਟਮ ਨੂੰ ਲਾਈਕ ਨਹੀਂ ਕਰਦੇ। ਸੋ ਦੇ ਟਰਾਈ ਟੂ ਪੁਸ਼ ਦਿਸ ਕਾਈਂਡ ਆਫ ਕਰੰਸੀ ਤਾਂ ਕਿ ਇਹਦੀ ਪੋਪੂਲੈਰਿਟੀ ਜਿਹੜੀ ਆ ਨੋਰਮਲ ਮਨੀ ਦੇ ਨਾਲੋਂ ਜ਼ਿਆਦਾ ਹੋ ਸਕੇ। ਤੇ ਦੂਸਰਾ ਇਹ ERC-20 ਟੋਕਨ ਹੈ ਜਿਹੜਾ ਇਥੀਰੀਅਮ ਬਲੌਕਚੇਨ ਦੇ ਉੱਤੇ ਬਿਲਟ ਹੋਇਆ ਆ। ਸੋ ਇਹਦਾ ਮਤਲਬ ਇਹ ਆ ਕਿ ਇਹਨੂੰ ਸਾਰੀ ਇਥੀਰੀਅਮ ਦੀ ਸਿਕਿਉਰਿਟੀ ਆ, ਜਿੰਨੇ ਵੀ ਉਹਦੇ ਸਕੇਲੇਬਿਲਿਟੀ ਫੀਚਰਸ ਆ, ਇਹ ਸ਼ੀਬਾ ਇਹਨੂੰ ਸਾਰਿਆਂ ਦੇ ਨਾਲ ਕੰਪਲਾਈ ਕਰਦਾ ਆ। ਸੋ ਦੈਟ ਮੀਨ ਦਿਸ ਇਜ਼ ਵਨ ਆਫ ਦਾ ਸਿਕਿਉਰ ਇਨ ਟਰਮਸ ਆਫ ਕੰਪੇਅਰਿੰਗ ਟੂ ਹੈਕਿੰਗ ਜਾਂ ਹੋਰ ਕਿਸੇ ਵੀ ਤਰੀਕੇ ਦੇ ਨਾਲ ਇਹ ਕਾਫੀ ਸਿਕਿਉਰ ਕ੍ਰਿਪਟੋ ਕਰੰਸੀ ਮੰਨੀ ਗਈ ਆ। ਤੇ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਹੈ, ਇਹ ਸਾਰਿਆਂ ਨਾਲੋਂ ਜ਼ਿਆਦਾ ਵੱਡੀਆਂ ਐਕਸਚੇਂਜਾਂ ਦੇ ਵਿੱਚ ਆਲਰੇਡੀ ਲਿਸਟਡ ਆ। ਸ਼ੀਬਾ ਇਹਨੂੰ ਤੁਸੀਂ ਕੋਇਨਬੇਸ ਤੇ ਲੈ ਲਓ, ਤੁਸੀਂ ਮੈਟਾਮਾਸਕ ਤੇ ਲੈ ਸਕਦੇ ਆ, ਵਾਲਟਸ ਦੇ ਵਿੱਚ ਵੀ ਇਨਕਲੂਡਡ ਆ, ਈਟੋਰੋ, ਹੋਰ ਵੀ ਬਹੁਤ ਸਾਰੀਆਂ। ਆਈ ਥਿੰਕ ਇੱਕ ਸਿਰਫ ਰੋਬਿਨਹੁੱਡ ਰਹਿ ਗਈ ਆ ਜਿਹੜੀ ਸਾਰਿਆਂ ਨਾਲੋਂ ਵੱਡੀਆਂ ਐਕਸਚੇਂਜਾਂ ਦੇ ਵਿੱਚ ਜਿੱਥੇ ਹਲੇ ਵੀ ਸ਼ੀਬਾ ਲਿਸਟਡ ਨਹੀਂ ਹੈਗਾ, ਪਰ ਦੈਟ ਵੋਂਟ ਬੀ ਫਾਰ ਐਜ਼ ਵੈਲ। ਤੇ ਉਸ ਤੋਂ ਇਲਾਵਾ ਇਹਦੀ ਜਿਹੜੀ ਗਰੋਥ ਆ ਸਾਰਿਆਂ ਨਾਲੋਂ ਜ਼ਿਆਦਾ ਸਿਰਫ ਇੱਕ ਪੋਪੂਲੈਰਿਟੀ ਤੇ ਆ ਉਹ। ਪਰ ਜੇ ਇੱਕ ਪਾਸੇ ਇਹ ਸਾਰਾ ਕੁਝ ਰੱਖ ਦਿੱਤਾ ਜਾਵੇ, ਦੂਜੇ ਪਾਸੇ ਜਿਹੜਾ ਇਹਦਾ ਡਿਸਐਡਵਾਂਟੇਜ ਇਹੀ ਹੈ ਕਿ ਇੱਕ ਬਹੁਤ ਰਿਸਕੀ ਇਨਵੈਸਟਮੈਂਟ ਆ, ਸੇਮ ਲਾਈਕ ਐਵਰੀ ਕ੍ਰਿਪਟੋ ਕਰੰਸੀ, ਸੇਮ ਲਾਈਕ ਐਵਰੀ ਅਦਰ ਸਟਾਕ ਯੂ ਹੈਵ। ਤੇ ਇਹਦਾ ਕੋਈ ਬੇਸ ਨਹੀਂ ਹੈਗਾ, ਇਹ ਸਿਰਫ ਇੱਕ ਹਾਈਪ ਦੇ ਉੱਤੇ ਕ੍ਰਿਪਟੋ ਕਰੰਸੀ ਬਣੀ ਹੋਈ ਆ। ਸੋ ਇਸ ਕਰਕੇ ਜੇ ਤੁਸੀਂ ਇਨਵੈਸਟ ਕਰਦੇ ਆ, ਮੈਂ ਹਮੇਸ਼ਾ ਇਹੀ ਕਹੂੰਗਾ ਕਿ ਸਾਨੂੰ ਡਿਵਰਸੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ, ਅਤੇ ਕਦੀ ਵੀ ਸਾਰੇ ਅੰਡੇ ਇੱਕ ਬਾਸਕਟ ਦੇ ਵਿੱਚ ਨਹੀਂ ਰੱਖੀ ਦੇ ਹੁੰਦੇ। ਸੋ ਕਦੀ ਵੀ ਤੁਸੀਂ ਕੋਈ ਇੱਦਾਂ ਦਾ ਇਨਵੈਸਟਮੈਂਟ ਡਿਸੀਜ਼ਨ ਬਣਾਓ ਜਿਹਦੇ ਤੇ ਤੁਹਾਨੂੰ ਲੱਗੇ ਕਿ ਹਾਂ ਤੁਸੀਂ ਸਾਰਾ ਕੁਝ ਸ਼ੀਬਾ ਦੇ ਵਿੱਚ ਇਨਵੈਸਟ ਕਰਨਾ, ਨੋ, ਇਟਸ ਵਨ ਆਫ ਦਾ ਵੈਰੀ ਰਿਸਕੀਅਰ ਕ੍ਰਿਪਟੋ ਕਰੰਸੀ। ਤੇ ਹਾਂ ਇਹ ਆ ਕਿ ਜੇ ਸਿੱਧੇ ਪਾਸੇ ਨੂੰ ਤੁਰ ਪਈ, ਦਿਸ ਵਿਲ ਬੀ ਦਾ ਵਨ ਆਫ ਦਾ ਮੋਸਟ ਰਿਵਾਰਡਿੰਗ ਕ੍ਰਿਪਟੋ ਕਰੰਸੀ ਐਸ ਵੈਲ। ਸੋ ਇਹ ਡਿਸੀਜ਼ਨ ਤੁਹਾਡਾ ਆ, ਐਂਡ ਆਫ ਦ ਡੇ ਤੁਹਾਡਾ ਪੈਸਾ ਆ, ਪਰ ਮੇਕ ਸ਼ੋਰ ਯੂ ਡੂ ਯੋਰ ਓਨ ਰਿਸਰਚ, ਮੇਕ ਸ਼ੋਰ ਯੂ ਲੁੱਕ ਐਟ ਦ ਪ੍ਰੋਜੈਕਟਸ, ਮੇਕ ਸ਼ੋਰ ਇਹਨਾਂ ਦੇ ਕਾਫੀ ਹੋਰ ਵੀ ਚੇਨਸ ਆ ਰਹੀਆਂ, ਇਹਨਾਂ ਦੀ ਕਲੋਥਿੰਗ ਚੇਨ ਵੀ ਆ ਰਹੀ ਆ, ਫਰੈਂਚਾਈਜ਼ ਚੇਨ ਦੇ ਲਾਂਚਿੰਗ, ਰੈਸਟੋਰੈਂਟ ਚੇਨ ਐਸ ਵੈਲ ਜਿੱਥੇ ਤੱਕ ਮੈਂ ਸੁਣਿਆ ਆ, ਐਂਡ ਦੇ ਆਲਸੋ ਵੈਰੀ ਪੋਪੂਲਰ ਇਨ ਇਹਨਾਂ ਦੀ ਇਨਵੋਲਵਮੈਂਟ ਹੋਣ ਜਾ ਰਹੀ ਹੈ, ਜਿਹੜੀ ਵਰਚੁਅਲ ਗੇਮਿੰਗ ਵਗੈਰਾ ਹੋ ਰਹੀ ਆ, ਮੈਟਾਵਰਸ ਦੇ ਵਿੱਚ ਇਨਵੋਲਵਮੈਂਟ ਹੋਣ ਜਾ ਰਹੀ ਆ। ਸੋ ਦੇਰ ਹੈਵ ਸੋ ਮੈਨੀ ਅਦਰ ਪ੍ਰੋਜੈਕਟਸ ਜਿਹੜੇ ਇਨ ਲਾਈਨ ਆ ਸ਼ੀਬਾ ਦੇ ਨਾਲ। ਸੋ ਇੱਕ ਤਰ੍ਹਾਂ ਦਾ ਮਜ਼ਾਕ ਨਾਲ ਬਣਾਈ ਗਈ ਕਰੰਸੀ ਕਾਫੀ ਐਕਚੁਅਲੀ ਸੀਰੀਅਸ ਹੋ ਰਹੀ ਆ ਮਾਰਕੀਟ ਦੇ ਬਾਰੇ, ਤੇ ਇਹਦੀ ਪੋਪੂਲੈਰਿਟੀ ਨੇ ਜਿਹੜਾ ਇਹਨੂੰ ਪ੍ਰੂਵ ਕੀਤਾ ਕਿ ਦਿਸ ਇਜ਼ ਸਮਥਿੰਗ ਜਿਹੜੀ ਬਹੁਤ ਛੇਤੀ ਥੱਲੇ ਨਹੀਂ ਡਿੱਗ ਸਕਦੀ ਹੁਣ ਇਹ ਕਰੰਸੀ। ਪਰ ਸਟਿਲ ਆਈ ਵਿਲ ਆਲਵੇਜ਼ ਸੇ ਇਨਵੈਸਟਮੈਂਟ ਇਜ਼ ਆਲਵੇਜ਼ ਰਿਸਕੀ। ਇਹ ਹਾਈ ਰਿਸਕ ਆ, ਪੋਸੀਬਿਲਿਟੀ ਹਾਈ ਰਿਵਾਰਡ ਵੀ ਹੋ ਸਕਦੀ ਆ ਜੇ ਸਹੀ ਤਰੀਕੇ ਨਾਲ ਚੱਲਦੀ ਰਹੀ, ਪਰ ਮੇਕ ਸ਼ੋਰ ਤੁਸੀਂ, ਇਹ ਕੋਈ ਫਾਈਨੈਂਸ਼ੀਅਲ ਐਡਵਾਈਸ ਨਹੀਂ ਹੈਗੀ, ਤੁਸੀਂ ਆਪਣਾ ਜ਼ਰੂਰ ਰਿਸਰਚ ਕਰੋ ਬਿਫੋਰ ਯੂ ਈਵਨ ਇਨਵੈਸਟ ਸਿੰਗਲ ਪੈਨੀ ਇਨ ਦਿਸ ਕਾਈਂਡ ਆਫ ਕ੍ਰਿਪਟੋ। ਥੈਂਕ ਯੂ।